ਅੰਦਰਿਆ ਜਿਹੜਾ ਬੰਨੇ ਕੱਢਣ ਵਾਲਾ ਹੁੰਦਾ ਉਹਨੂੰ ਦੋ ਰਸੀਆਂ ਪਾਉਂਦੇ ਹੁੰਦੇ ਆ ਅਸੀਂ। ਉਹ ਦੋ ਰਸੀਆਂ ਅਗਰ ਜ਼ਮੀਨ ਦੇ ਨਜ਼ਦੀਕ ਕਰਕੇ ਪਾਈਏ ਤੇ ਜੰਦਰਾ ਚੀਕਣ ਆਸਾਨ ਹੋਏਗਾ। ਅਗਰ ਉਹਨਾਂ ਰਸੀਆਂ ਨੂੰ ਉੱਚਾ ਕਰ ਦਈਏ, ਜ਼ਮੀਨ ਤੋਂ ਦੂਰ ਕਰ ਦਈਏ ਤੇ ਜੰਦਰਾ ਚਿਕਣਾ ਮੁਸ਼ਕਲ ਹੋ ਜਾਏਗਾ। ਹਾਂਜੀ, ਇਹ ਦੂਸਰੇ ਲੇਦਰ ਦੀ ਨਿਸਬਤ ਹੈ। ਇਹਦਾ 1 ਲੀਟਰ ਤੋਂ 1.5 ਲੀਟਰ ਖਰਚਾ, 1 ਲੀਟਰ ਤੋਂ ਪੌਣਾ ਲੀਟਰ, ਸਵਾ ਲੀਟਰ, 1.5 ਲੀਟਰ ਖਰਚਾ ਇਹ ਆਮ ਲੇਦਰ ਦੀ ਨਿਸਬਤ ਕਮ ਰੱਖਦਾ ਹੈ। ਪਰ ਜਿਹੜੇ ਇਹਦੇ ਸਾਈਡ ਵਧਾਉਣ ਵਾਸਤੇ ਤੁਸੀਂ ਸਿਲੰਡਰ ਲਗਾਇਆ ਹੋਇਆ, ਪਾਵਰ ਸਿਲੰਡਰ, ਜੀ ਇਹ ਵੀ ਟਰੈਕਟਰ ਦੇ ਐਲ ਤੇ ਚੱਲ ਰਿਹਾ ਜਾਂ ਇਹਦਾ ਐਲ ਅਲੱਗ ਤੋਂ ਜਿਹੜਾ ਇਹਨਾਂ ਕੋਈ ਲੈਣਾ ਲੂਣਾ ਪੈਂਦਾ ਹੈ? ਯਾਨੀ ਕਿ ਤੁਹਾਡੀ ਸਦਾਬਾਰ ਵਾਰੰਟੀ ਹੈ, ਸਦਾ ਬਹਾਰ ਹੀ ਵਾਰੰਟੀ ਹੈਗੀ ਹੈ ਜੀ। ਜ਼ਿੰਦਾਬਾਦ। ਔਰ ਅਲਹਮਦੁਲਿਲਾ ਸਾਡਾ ਕਸਟਮਰ ਸਾਡੇ ਇਸੇ ਕੰਮ ਦੀ ਵਜ੍ਹਾ ਤੋਂ ਸਾਡੇ ਨਾਲ ਖੁਸ਼ ਹੈ। ਆਹ ਟਰੈਕਟਰ ਦੇ ਉੱਪਰ ਹੀ ਡਰਾਈਵਰ ਨੇ ਬੈਠਿਆ, ਮੈਂ ਐਸੇ ਲੀਵਰ ਨੂੰ ਦਬਾਣਾ ਵਾ, ਇਹਦੀ ਇੱਕ ਸਾਈਡ ਖੁੱਲ ਜਾਵੇਗੀ, ਦੂਸਰੇ ਨੂੰ ਦਬਾਣਾ ਵਾ, ਦੂਸਰੀ ਸਾਈਡ ਖੁੱਲ ਜਾਵੇਗੀ। ਆਖਰੀ ਪੈਗਾਮ ਦੋਸਤਾਂ ਵਾਸਤੇ ਇਹ ਹੈਗਾ ਵਾ ਕਿ ਜਿਹੜੇ ਲੋਕਾਂ ਦਾ ਪੰਜਾਬ ਗਵਰਨਮੈਂਟ ਦੀ ਤਰਫੋਂ ਔਰ ਉਸ ਤੋਂ ਬਾਅਦ ਪੋਟੋਹਾਰ ਗਵਰਨਮੈਂਟ ਦੀ ਤਰਫੋਂ ਲੇਜ਼ਰ ਨਿਕਲੇ ਨੂੰ ਕੁਰ ਅੰਦਾਜ਼ੀ ਵਿੱਚ ਗਵਰਨਮੈਂਟ ਆਫ ਪੰਜਾਬ ਦੀ ਤਰਫੋਂ ਉਹ ਮੇਰੇ ਨਾਲ ਬੁਕਿੰਗ ਦੇ ਮਾਮਲੇ ਵਿੱਚ ਰਾਬਤਾ ਕਰ ਸਕਦੇ ਨੇ। अस्सलाम वालेकुम दोस्तों, तुसी भी जनाब ज़मीन नू हमवार करते पे जे और डीजल का खर्चा ज़्यादा हो रही है तो यह मशीन 6 टायरों वाला 12 फुट तक चलने वाला किराया थोड़े वास्ते बनया है। जदों वड्डे किराए की गल आती तो फिर ज़हन में यह भी आता है कि साढ़े कोल तां ट्रैक्टर छोटा है तो यह जनाब बड़ी खुशहैन बात है, खुशखबरी है थोड़े वास्ते कि इनू छोटे तो छोटा ट्रैक्टर भी चला लें। गलबात इत्थे करसा है कंपनी दे जिन्हां दा ये किराया ओनर भी इत्थे मौजूद ने और जेड़े किसान ने ये किराया खरीदा है वो भी इत्थे मौजूद ने। उन्हां ने किस वास्ते खरीदा है, वड्डे किराए दा उन्हां नूं फायदा की है और 6 टायरां दा फायदा की है। दोस्तों ईजी एग्रो दे ओनर ਉਹਨਾਂ ਨੇ ਜਨਾਬ ਇੱਥੇ ਡਿਲੀਵਰੀ ਖੁਦ ਕਿਸਾਨਾਂ ਨੂੰ ਆ ਕੇ ਇਹ ਜਿਹੜਾ ਨਾ ਡਿਲੀਵਰੀ ਕੀਤੀ ਹੈ, ਯਾਨੀ ਕਿ ਉਹਨਾਂ ਦੇ ਦਰਵਾਜ਼ੇ ਤੇ ਲੇਜ਼ਰ ਪਹੁੰਚਾਇਆ ਹੈ। ਖੂਸੀਆਤ ਇਹ 6 ਟਾਇਰਾਂ ਵਾਲੇ ਲੇਜ਼ਰ ਦੀ ਇਹਨਾਂ ਕੋਲ ਜਾਣਨੇ ਹੈ। ਬਾਕੀ ਇਹ ਡੀਜ਼ਲ ਦੀ ਬਚਤ ਕਿਵੇਂ ਕਰਦਾ ਹੈ ਉਹਨੂੰ ਔਰ ਇਹਨੂੰ ਛੋਟਾ ਟਰੈਕਟਰ ਕਿਵੇਂ ਚਲਾ ਸਕਦਾ ਹੈ, ਇਹ ਵੀ ਇੱਕ ਖੁਸ਼ਾਇਨ ਬਾਤ ਹੈ। अस्सलाम वालेकुम जी। ਜੀ ਵਾਲੇਕੁਮ ਸਲਾਮ ਸਾਹਿਬ, ਦਿਲੀ ਖੁਸ਼ੀ ਹੋਈ ਹੈ ਕਿ ਤੁਸੀਂ ਪਾਕਿਸਤਾਨ ਨੂੰ ਕਿਸਾਨਾਂ ਨੂੰ ਇਹ ਇੱਕ ਗਿਫਟ ਦਿੱਤਾ ਹੈ ਜੀ। ਜੀ ਤੇ ਅੱਲਾਹ ਤਾਲਾ ਜਿਹੜਾ ਨਾ ਤੁਹਾਡੀ ਮਿਹਨਤ ਕਬੂਲ ਕਰੇ ਤੇ ਸਾਨੂੰ ਕਿਸਾਨਾਂ ਨੂੰ ਇਹਨਾਂ ਭਾਈਆਂ ਨੂੰ ਇਹ ਚਲਾਣਾ ਨਸੀਬ ਕਰੇ ਜੀ। ਆਮੀਨ। ਇਹ ਆਪਣਾ ਸਭ ਤੋਂ ਬੜਾ ਮਾਡਲ ਹੈ ਜੀ 6 ਟਾਇਰਾਂ ਵਾਲਾ ਲੇਜ਼ਰ ਜੀ। ਇਹ 6 ਟਾਇਰਾਂ ਵਾਲਾ ਉਸ ਤੋਂ ਬਾਅਦ 8/4 ਫੁੱਟ ਵਾਲਾ ਮਾਡਲ ਹੈਗਾ ਵਾ ਪਾਕਿਸਤਾਨ ਵਿੱਚ, ਕਿਉਂਕਿ ਵੱਡੇ ਟਰੈਕਟਰਾਂ ਦਾ ਤੇ ਉਸ ਤੋਂ ਬਾਅਦ ਜਦੀਦ ਜ਼ਿਮੀਂਦਾਰੇ ਦਾ ਟ੍ਰੈਂਡ ਬਣ ਰਿਹਾ। ਸਾਡੇ ਭਾਈ ਹੈਗੇ ਨੂੰ ਰਸ਼ੀਦ ਸਾਹਿਬ ਜੀ, ਇਹਨਾਂ ਦਾ ਇਸ ਇਲਾਕੇ ਦੇ ਵਿੱਚ ਜਿਹੜਾ ਹੈਗਾ ਨਾ ਰੈਂਟ ਦਾ ਕੰਮ ਉਹ ਬਹੁਤ ਜ਼ਿਆਦਾ ਕਰਦੇ ਆ। ਅੱਛਾ ਜੀ। ਇਹਨਾਂ ਦਾ ਆਪਣਾ ਵੀ ਜ਼ਿਮੀਂਦਾਰ ਹੈ ਤੇ ਰੈਂਟ ਦਾ ਕੰਮ ਇਸ ਇਲਾਕੇ ਵਿੱਚ ਇਹਨਾਂ ਦਾ ਰੈਂਟ ਦੇ ਕੰਮ ਦੇ ਮਾਮਲੇ 'ਚ ਇੱਕ ਨਾਮ ਹੈਗਾ ਜੀ। ਜੀ, ਸ਼ੁਰੂ ਤੋਂ ਲੱਗਤੇ ਤਕਰੀਬਨ ਅੱਜ ਤੋਂ 10 ਸਾਲ ਤੋਂ ਲੱਗਤੇ ਹੁਣ ਤੱਕ ਜੀ। ਇਹਨਾਂ ਨੂੰ ਜ਼ਰੂਰਤ ਹੈਗੀ ਸੀ, ਕਹਿੰਦੇ ਸਨ ਹਾਫਿਜ਼ ਸਾਹਿਬ ਅਸੀਂ ਚਾਹੁੰਦੇ ਆ ਕਿ ਜ਼ਿਮੀਂਦਾਰ ਦਾ ਫਾਇਦਾ ਵੀ ਹੋਵੇ ਸਹੀ ਤੇ ਸਾਡਾ ਕੰਮ ਵੀ ਨਿਬੜੇ। ਜੀ। ਤੇ ਮੈਂ ਇਹਨਾਂ ਦੀ ਇਸ ਜ਼ਰੂਰਤ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਇਹਨਾਂ ਨੂੰ 8/4 ਫੁੱਟ ਦਾ ਲੇਜ਼ਰ ਬਣਾ ਕੇ ਦੇ ਦਿੱਤਾ ਹੈ, ਅੱਛਾ ਜੀ। 6 ਟਾਇਰ ਨਾਲ। ਅੱਛਾ ਜੀ। ਹੁਣ ਇਹਨਾਂ ਦਾ ਇਹ ਕਹਿਣਾ ਹੈਗਾ ਵਾ ਕਿ ਹਾਫਿਜ਼ ਸਾਹਿਬ ਸਾਨੂੰ ਉਮੀਦ ਹੈਗੀ ਹੈ ਕਿ ਇਨਸ਼ਾਅੱਲਾ ਤਾਲਾ ਇਸ ਦਫਾ, ਕਿਉਂਕਿ ਅੱਗੇ ਸੀਜ਼ਨ ਆ ਰਿਹਾ ਵਾ, ਸਾਡਾ ਪੂਰਾ ਇਲਾਕਾ ਸਾਡੇ ਕੋਲ ਲਾਜ਼ਮੀ ਆਵੇਗਾ ਕਿਉਂਕਿ ਅਸੀਂ ਮਿਹਨਤ ਕਰਨ ਵਾਲੇ ਆਦਮੀ ਹੈਗੇ ਆ ਤੇ ਲੋਕ ਸਾਨੂੰ ਇਸ ਇਲਾਕੇ ਵਿੱਚ ਲੇਜ਼ਰ ਦੇ ਮਾਮਲੇ ਵਿੱਚ ਪਸੰਦ ਕਰਦੇ ਨੇ ਜੀ। ਹਾਫਿਜ਼ ਸਾਹਿਬ, ਸਾਨੂੰ ਇਹ ਦੱਸੋ ਵੀ ਇਹ ਬੜਾ ਮਾਡਲ ਤੁਸੀਂ ਬਣਾ ਦਿੱਤਾ ਜਿਹੜਾ 8 ਫੁੱਟ ਤੋਂ ਲੈ ਕੇ 9, 10, 11, 12 ਫੁੱਟ ਤੱਕ ਹੋ ਜਾਂਦਾ ਹੈ। ਬਿਲਕੁਲ। ਇਹਦਾ ਕਿਸਾਨ ਨੂੰ ਫਾਇਦਾ ਕੀ ਹੈ ਔਰ ਇਹਨੂੰ ਕਿਹੜਾ ਟਰੈਕਟਰ, ਜਿਵੇਂ ਕਿ ਮੈਂ ਪਹਿਲੇ ਦੱਸਿਆ ਵੀ ਇਹਨੂੰ ਛੋਟਾ ਟਰੈਕਟਰ ਵੀ ਚਲਾ ਸਕਦਾ ਹੈ, ਕੀ ਵਜ੍ਹਾ ਹੈ ਵੀ ਇਹਨੂੰ ਛੋਟਾ ਟਰੈਕਟਰ ਚਲਾ ਸਕਦਾ ਔਰ ਡੀਜ਼ਲ ਦੀ ਬਚਤ ਇਹ ਕਿਵੇਂ ਕਰਦਾ ਹੈ? ਕਿਚੀ ਸਾਹਿਬ, ਜਦੋਂ ਪਹਿਲਾ ਰੰਬੜ ਮਾਰਨਾ ਹੈ ਉਦੋਂ ਅਗਰ ਟਰੈਕਟਰ ਤੇ ਬਹੁਤ ਜ਼ਿਆਦਾ ਲੋਡ ਤੁਹਾਡਾ ਆ ਰਿਹਾ ਤਾਂ ਤੁਸੀਂ ਇਹਨੂੰ 8 ਫੁੱਟ ਕਰ ਲਵੋ ਜੀ। ਤੇ ਜਦੋਂ ਪਹਿਲਾ ਰੰਬੜ ਤੋਂ ਫਾਰਗ ਹੋ ਜਾਵੇ, ਇਸ ਟਾਈਮ ਤੇ ਜ਼ਮੀਨਾਂ ਤਕਰੀਬਨ ਹਰ ਏਰੀਏ ਦੇ ਵਿੱਚ ਲੇਜ਼ਰ ਹੋਈਆਂ ਮਿਲਦੀਆਂ ਵਾ ਜੀ। ਤੇ ਜਦੋਂ ਕੋਈ ਜ਼ਮੀਨ ਪਹਿਲੇ ਲੇਜ਼ਰ ਹੋਈ ਵੀ ਤਾਂ ਉਸ ਬਾਅਦ ਉਹਨੂੰ ਸਿਰਫ ਰੰਬੜਾਂ ਦੀ ਜ਼ਰੂਰਤ ਹੈਗੀ ਹੈ ਜੀ। ਤੇ ਰੰਬੜਾਂ ਦੀ ਜ਼ਰੂਰਤ ਤੇ ਉਹਨਾਂ ਲੋਡ ਹੁੰਦਾ ਹੀ ਨਹੀਂ ਜੀ। ਅਗਰ ਅਸੀਂ ਪਹਿਲਾ ਰੰਬੜ ਵੀ ਇਹਦੇ ਨਾਲ 12 ਫੁੱਟ ਤੇ ਮਾਰੀਏ ਤੇ ਫਿਰ ਵੀ ਟਰੈਕਟਰ 75-85 ਇਹਨੂੰ 12 ਫੁੱਟ ਤੇ ਆਰਾਮ ਨਾਲ ਚਲਾ ਸਕਦਾ ਵਾ ਪਹਿਲਾ ਰੰਬੜ ਵੀ ਜੀ। ਲੇਕਿਨ ਅਸੀਂ ਦੋਸਤਾਂ ਨੂੰ ਇਹ ਕਹਿੰਦੇ ਹੁੰਦੇ ਆ ਕਿ ਪਹਿਲਾ ਰੰਬੜ ਅਗਰ 8 ਫੁੱਟ ਤੇ ਮਾਰੋ, ਉਸ ਤੋਂ ਬਾਅਦ ਦੂਸਰਾ ਤੀਸਰਾ ਰੰਬੜ ਅਗਰ ਮਾਰਨਾ ਪਵੇ ਤੇ ਇਹਨੂੰ 12 ਫੁੱਟ ਕਰ ਲਓ। ਜੀ। ਲੇਕਿਨ 12 ਫੁੱਟ ਹੀ ਹੋਣਾ ਜ਼ਰੂਰੀ ਨਹੀਂ ਹੈਗਾ, ਉਹਦੇ ਵਿੱਚ 9, 10, 11, 12 ਕਿਸੇ ਜਗ੍ਹਾ ਤੇ ਵੀ ਜਾ ਕੇ ਉਹਨੂੰ ਰੋਕਿਆ ਜਾ ਸਕਦਾ ਹੈ। ਠੀਕ ਹੋ ਗਿਆ। ਤੇ 6 ਟਾਇਰ ਲਗਾਉਣ ਦੀ ਸਾਡੀ ਮਕਸਦ ਸਿਰਫ ਇਹੋ ਹੀ ਹੈਗਾ ਸੀ ਕਿ ਜਦੋਂ ਅਸੀਂ ਇਹਨੂੰ 12 ਫੁੱਟ ਕਰਨੇ ਆ ਤੇ 12 ਫੁੱਟ ਕਰਨ ਤੋਂ ਬਾਅਦ ਟਰੈਕਟਰ ਜਦੋਂ ਚੱਲੇਗਾ ਤੇ ਲੇਜ਼ਰ ਜ਼ਿਆਦਾ ਜੰਪਿੰਗ ਕਰੇਗਾ। ਠੀਕ ਹੋ ਉਸ ਗਿਆ। ਜੰਪਿੰਗ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਇਹਦੇ 6 ਟਾਇਰ ਕੀਤੇ ਨੂੰ ਤਾਂ ਕਿ ਜ਼ਮੀਨ ਤੇ ਜਿੰਨਾ ਵੀ ਪ੍ਰੈਸ਼ਰ ਆਂਦਾ ਜਾਵੇ ਕਰਾਹਾ ਹਿੱਲੇ ਨਾ ਆਪਣੀ ਜਗ੍ਹਾ ਤੋਂ। ਵੈਰੀ ਗੁੱਡ। ਹਾਫਿਜ਼ ਸਾਹਿਬ, ਜਿਹੜੇ ਸਾਦੇ ਕਿਰਾਏ ਹੈਗੇ ਸੀ ਨਾ ਇਸ ਤੋਂ ਪਹਿਲੇ, ਜੀ, ਉਹ ਟਰੈਕਟਰ ਦੇ ਉੱਤੇ ਲੋਡ ਵੀ ਪਾਉਂਦੇ ਸੀ
ਇਵਨ ਕਿ ਘਣੇ ਡਰਾਈਵਰ ਤਾਂ ਇਹ ਆਂਦੇ ਨੇ ਵੀ ਅਸੀਂ ਖਾਲੀ ਰੋਡ ਉੱਤੇ ਲੈ ਕੇ ਜਾਂਦੇ ਸੀ ਨਾ ਤੇ ਐਵੇਂ ਲੱਗਦਾ ਸੀ ਮਗਰ ਟਰਾਲਾ ਪਾਇਆ ਹੋਇਆ ਹੈ, ਕਿਉਂਕਿ ਸੱਟ ਮਾਰਦਾ ਸੀ ਮਗਰ ਆਪਣੇ ਹਿੱਚ ਦੇ ਉੱਤੇ। ਤੇ ਇਹਨੂੰ ਇੰਨਾ ਜਦੀਦ ਬਣਾਇਆ, ਜਿਵੇਂ ਕਿ ਤੁਸੀਂ ਦੱਸਦੇ ਹੋ ਕਿ ਵੱਡਾ ਕਿਰਾਇਆ ਟਰੈਕਟਰ ਇਹਦੇ ਅੱਗੇ ਛੋਟਾ ਚੱਲਦਾ ਹੈ, ਛੋਟਾ ਟਰੈਕਟਰ ਇਹਦੇ ਅੱਗੇ ਕਿਵੇਂ ਚੱਲਦਾ ਹੈ, ਔਰ ਇਹ ਮਤਲਬ ਹੈ ਇਹਨੂੰ ਤੁਸੀਂ ਕਿਸ ਤਰੀਕੇ ਨਾਲ ਇਹਦੇ ਵਿੱਚ ਕੀ ਤੁਸੀਂ ਤਬਦੀਲ ਕੀਤਾ ਵੀ ਇਹਨੂੰ ਛੋਟਾ ਟਰੈਕਟਰ ਵੀ ਚਲਾ ਸਕਦਾ ਹੈ? ਪਾਵਰ ਦੇ ਵਿੱਚ ਦੋ ਅਸੂਲ ਹੁੰਦੇ ਹਨ। ਇੱਕ ਜਦੋਂ ਅਸੀਂ ਇਹਨੂੰ ਜਿਹੜਾ ਪਹਿਲੇ ਵਾਲਾ ਕਰਾਇਆ ਉਹਦਾ ਬੂਮ ਸਾਡਾ ਇਸ ਜਗ੍ਹਾ ਤੋਂ ਪਾਵਰ ਦੀ ਖਿਚਾਈ ਲੈ ਰਿਹਾ ਹੈ, ਠੀਕ ਹੋ ਗਿਆ, ਜਿਹੜੀ ਵਜ੍ਹਾ ਤੋਂ ਉਹਦਾ ਲੋਡ ਜ਼ਿਆਦਾ ਹੈ ਜੀ। ਅੱਛਾ, ਅਸੀਂ ਇਸ ਵਾਲੇ ਕਰਾਇਆ ਦੀ ਜਿਹੜੀ ਪਾਵਰ ਹੈਗੀ ਹੈ ਟੋਟਲ ਉਹ ਬੈਂਡ ਕਰਕੇ ਗੋਲਾਈ ਵਿੱਚ ਲਿਆ ਕੇ ਤੇ ਪਾਵਰ ਇਹ ਨੀਚੇ ਵਾਲੀ ਜਗ੍ਹਾ ਤੋਂ ਦਿੱਤੀ ਹੈ, ਠੀਕ ਹੋ ਗਿਆ ਜੀ। ਜਿੰਦੀ ਮੈਂ ਐਗਜ਼ਾਮਪਲ ਦਿੰਦਾ ਉਹਨਾਂ ਹਾਂ ਕਿ ਅਗਰ ਜੰਦਰਾ ਜਿਹੜਾ ਬੰਨੇ ਕੱਢਣ ਵਾਲਾ ਹੁੰਦਾ ਉਹਨੂੰ ਦੋ ਰਸੀਆਂ ਪਾਉਂਦੇ ਹੁੰਦੇ ਆ ਅਸੀਂ, ਉਹ ਦੋ ਰਸੀਆਂ ਅਗਰ ਜ਼ਮੀਨ ਦੇ ਨਜ਼ਦੀਕ ਕਰਕੇ ਪਾਈਏ ਤੇ ਜੰਦਰਾ ਚੀਕਣ ਆਸਾਨ ਹੋਏਗਾ। ਅਗਰ ਉਹਨਾਂ ਰਸੀਆਂ ਨੂੰ ਉੱਚਾ ਕਰ ਦਈਏ, ਜ਼ਮੀਨ ਤੋਂ ਦੂਰ ਕਰ ਦਈਏ ਤੇ ਜੰਦਰਾ ਚੀਕਣਾ ਮੁਸ਼ਕਲ ਹੋ ਜਾਏਗਾ। ਹਾਂਜੀ, ਅੱਛਾ, ਉਹੋ ਹੀ ਅਸੂਲ ਇਹਦੇ ਤੇ ਵੀ ਅਪਲਾਈ ਹੁੰਦਾ ਵਾ। ਇਸ ਵਾਲੇ ਕਿਰਾਏ ਤੇ ਅਸੀਂ ਅਗਰ 12 ਫੁੱਟ ਦੇ ਅੱਗੇ 75-85 ਟਰੈਕਟਰ ਪਾ ਦਿੰਦੇ ਆ ਨਾ ਤੇ ਫੁੱਲ ਮਿੱਟੀ ਲੈ ਕੇ ਤੇ ਆਰਾਮ ਨਾਲ ਜਾ ਸਕਦਾ ਹੈ। ਕੀ ਬਾਤ ਹੈ। ਉਹਦਾ ਹੀ ਟ੍ਰਾਇਲ ਥੋੜੀ ਦੇਰ ਤੋਂ ਬਾਅਦ ਮੈਂ ਇੱਥੇ ਇਹਨੂੰ ਚਲਾ ਕੇ ਚੈੱਕ ਕਰਵਾਉਣਾ ਵਾ ਤੁਹਾਨੂੰ, ਤੇ ਤੁਸੀਂ ਇਹਨੂੰ ਦੇਖ ਲੈਣਾ ਕਿ 12 ਫੁੱਟ ਲੇਜ਼ਰ ਹੋਇਆ ਹੋਇਆ ਪੂਰੀ ਮਿੱਟੀ ਲੈ ਕੇ ਜਾ ਰਿਹਾ ਹੈ। ਅੱਛਾ, ਇਹਦੇ ਡਿਜ਼ਾਈਨ ਦੀ ਵਜ੍ਹਾ ਤੋਂ ਇਹਨੂੰ ਛੋਟਾ ਟਰੈਕਟਰ ਚਲਾ ਸਕਦਾ ਹੈ। ਬਿਲਕੁਲ, ਇਹਦਾ ਡਿਜ਼ਾਈਨ ਹੀ ਡਿਫਰੈਂਟ ਹੋਇਆ ਹੈ ਨਾ ਬਾਕੀ ਡਿਜ਼ਾਈਨਾਂ ਹਾਫਿਜ਼ ਸਾਹਿਬ, ਇਹਨੂੰ ਅਗਰ ਛੋਟਾ ਟਰੈਕਟਰ ਚਲਾ ਸਕਦਾ ਹੈ ਡਿਜ਼ਾਈਨ ਦੀ ਵਜ੍ਹਾ ਤੋਂ, ਕਿਆ ਇਹਦੇ ਨਾਲ ਡੀਜ਼ਲ ਤੇ ਵੀ ਕੋਈ ਫਰਕ ਪਵੇਗਾ? ਜਦੋਂ ਟਰੈਕਟਰ ਤੇ ਲੋਡ ਕਮ ਆਏਗਾ ਖਿੱਚੀ ਸਾਹਿਬ, ਇਹ ਤਾਂ ਆਟੋਮੈਟਿਕਲੀ ਗੱਲ ਹੈ ਕਿ ਉਹਦਾ ਡੀਜ਼ਲ ਤੇ ਫਰਕ ਪੈਣਾ ਹੀ ਪੈਣਾ ਹੈ। ਇਹ ਵਾਲਾ ਜਿਹੜਾ ਆਪਣਾ ਲੇਜ਼ਰ ਹੈਗਾ ਵਾ ਇਹ 8 ਫੁੱਟ ਤੇ ਚੱਲ ਰਿਹਾ ਹੋਵੇ, ਦੂਸਰੇ ਲੇਜ਼ਰ ਦੀ ਨਿਸਬਤ ਇਹਦਾ 1 ਲੀਟਰ ਤੋਂ 1.5 ਲੀਟਰ ਖਰਚਾ, 1 ਲੀਟਰ ਤੋਂ ਪੌਣਾ ਲੀਟਰ, ਸਵਾ ਲੀਟਰ, 1.5 ਲੀਟਰ ਖਰਚਾ ਇਹ ਆਮ ਲੇਜ਼ਰ ਦੀ ਨਿਸਬਤ ਕਮ ਰੱਖਦਾ ਹੈ। ਠੀਕ ਹੋ ਗਿਆ। ਜਿਸ ਤਰ੍ਹਾਂ ਤੁਸੀਂ ਇਸ 6 ਟਾਇਰਾਂ ਦੇ ਬਾਰੇ ਦੱਸਿਆ ਹੈ, ਇਹਦੀ ਕੀ ਅਫਾਦੀਅਤ ਹੈ ਔਰ ਇਹਦੀ ਮਜ਼ਬੂਤੀ ਵਾਸਤੇ ਤੁਸੀਂ ਕੀ ਕੀਤਾ ਹੈ? ਖਿੱਚੀ ਸਾਹਿਬ, 6 ਟਾਇਰ ਕਰਨ ਦਾ ਮਕਸਦ ਇਹ ਹੈਗਾ ਸੀ ਜਦੋਂ ਜ਼ਮੀਨ ਤੇ ਲੇਜ਼ਰ 12 ਫੁੱਟ ਅਸੀਂ ਕਰਾਂਗੇ ਤੇ 12 ਫੁੱਟ ਦੇ ਅੱਗੇ ਮਿੱਟੀ ਪੂਰੀ ਭਰੀ ਜਾਣੀ ਹੈ। ਹਾਂਜੀ, ਪੂਰੀ ਮਿੱਟੀ ਭਰਨ ਨਾਲ ਜਦੋਂ ਟਰੈਕਟਰ ਨੇ ਚੱਲਣਾ ਵਾ ਤੇ ਲੇਜ਼ਰ ਜੰਪਿੰਗ ਕਰੇਗਾ ਜੀ। ਉਸ ਜੰਪਿੰਗ ਨੂੰ ਰੋਕਣ ਵਾਸਤੇ, ਉਹਦੀ ਬਬਲਿੰਗ ਨੂੰ ਰੋਕਣ ਵਾਸਤੇ ਅਸੀਂ ਜ਼ਮੀਨ ਦੇ ਤੇ ਮਤਲਬ ਜਿੰਨਾ ਜ਼ਿਆਦਾ ਟਾਇਰ ਪ੍ਰੈਸ ਹੋ ਕੇ ਨਿਕਲਣਗੇ ਜੀ ਓਨਾ ਹੀ ਲੇਜ਼ਰ ਹਿੱਲੇਗਾ ਕੰਮ ਜੀ, ਔਰ ਲੇਜ਼ਰ ਜੰਪਿੰਗ ਕੰਮ ਕਰੇਗਾ। ਉਹਦਾ ਜਿਹੜਾ ਹੈਗਾ ਵਾ ਪ੍ਰੈਕਟੀਕਲ ਉਹ ਅਸੀਂ ਤੁਹਾਨੂੰ ਹੁਣੇ ਜ਼ਮੀਨ 'ਚ ਕਰਕੇ ਦਿਖਾ ਦਿੰਨੇ ਆ ਜੀ। ਅੱਛਾ, ਇੱਕ ਚੀਜ਼ ਮੈਂ ਇਹਦੇ ਵਿੱਚ ਸਪੇਅਰ ਦੇਖੀ ਹੈ ਜਿਹੜੀ ਇਹ ਚੀਜ਼ ਲੱਗੀ ਹੋਈ ਹੈ, ਇਹਦਾ ਕੀ ਮਕਸਦ ਹੈ ਜੀ ਇੱਥੇ ਲਗਾਉਣ ਦਾ? ਜੀ ਸਾਹਿਬ, ਇਹ ਅਸੀਂ ਇੱਕ ਮੁਖਤਲਿਫ ਕੰਮ ਕੀਤਾ ਹੈ। ਅੱਛਾ ਜੀ, ਜਦੋਂ ਇਹਨੂੰ ਕਿਸੇ ਬੜੇ ਨਾਲੇ ਸ਼ਾਲੇ ਤੋਂ ਲੈ ਕੇ ਜਾ ਰਹੇ ਹਾਂ ਨਾ ਜੀ, ਉਦੋਂ ਇੱਕ ਸਾਈਡ ਤੇ ਟਾਇਰਾਂ ਦੀ ਜ਼ਮੀਨ ਦੇ ਉੱਪਰ ਹੈਗੀ ਹੈ, ਦੂਸਰੀ ਸਾਈਡ ਨਾਲੇ ਵਿੱਚ ਚਲੀ ਗਈ ਹੈ, ਇਹਦੇ ਟਾਇਰਾਂ ਨੇ ਘੁੰਮ ਜਾਣਾ ਹੈ। ਅੱਛਾ, ਕਿਉਂਕਿ ਪਿਛਲੀ ਸਾਈਡ ਤੇ 2 ਟਾਇਰ ਹੈਗੇ ਨੂੰ, ਅਗਲੀ ਸਾਈਡ ਤੇ 1 ਟਾਇਰ ਹੈਗਾ ਵਾ, ਉਧਰ ਵਜ਼ਨ ਜ਼ਿਆਦਾ ਹੈ। ਉਸ ਵਜ਼ਨ ਦੇ ਘੁੰਮਣ ਦੀ ਵਜ੍ਹਾ ਤੋਂ ਉਹਨੂੰ ਕੰਟਰੋਲ ਕਰਨ ਵਾਸਤੇ ਅਸੀਂ ਇਹ ਲਾਕ ਲਗਾਇਆ ਹੈ ਉਹਨੂੰ ਜੀ, ਕਿ ਮਖਸੂਸ ਹੱਦ ਤੱਕ ਘੁੰਮੇ, ਉਸ ਤੋਂ ਬਾਅਦ ਵਾਪਸ ਆਪਣੀ ਜਗ੍ਹਾ ਤੇ ਆ ਜਾਵੇ। ਅੱਛਾ ਹਾਫਿਜ਼ ਸਾਹਿਬ, ਇਹਦਾ ਜਿਹੜਾ ਪ੍ਰੈਸ਼ਰ ਤੇ ਇਹਨੇ ਚੱਲਣਾ ਹੁੰਦਾ ਹੈ, ਜਿਹੜਾ ਇਹਦਾ ਐਲ ਹੈ, ਇਹ ਟਰੈਕਟਰ ਦੇ ਨਾਲੋਂ ਹੀ ਲੈ ਰਹੀ ਹੈ, ਔਰ ਜਿਹੜੇ ਇਹਦੇ ਸਾਈਡ ਵਧਾਉਣ ਵਾਸਤੇ ਤੁਸੀਂ ਸਿਲੰਡਰ ਲਗਾਇਆ ਹੋਇਆ, ਪਾਵਰ ਸਿਲੰਡਰ ਜੀ, ਇਹ ਵੀ ਟਰੈਕਟਰ ਦੇ ਐਲ ਤੇ ਚੱਲ ਰਿਹਾ ਜਾਂ ਇਹਦਾ ਐਲ ਅਲੱਗ ਤੋਂ ਜਿਹੜਾ ਇਹਨਾਂ ਕੋਈ ਲੈਣਾ ਲੂਣਾ ਪੈਂਦਾ ਹੈ? ਸਭ ਆਮ ਲੇਜ਼ਰ ਦੀ ਤਰ੍ਹਾਂ ਇਹਦੇ ਵਿੱਚੋਂ ਸਿਰਫ ਔਰ ਸਿਰਫ 2 ਹੀ ਪਾਈਪ ਨਿਕਲ ਰਹੇ ਨੇ। ਅੱਛਾ ਜੀ, ਉਹਨਾਂ 2 ਪਾਈਪਾਂ ਤੋਂ ਹੀ ਅਸੀਂ ਅੱਗੇ ਆਣ ਕੇ ਇਹਦੀ ਸਾਰੀ ਪਾਵਰ ਨੂੰ ਤਕਸੀਮ ਕੀਤਾ ਹੈ। ਅੱਛਾ ਜੀ, ਟਰੈਕਟਰ ਤੋਂ ਸਿਰਫ ਔਰ ਸਿਰਫ ਆ 2 ਪਾਈਪ ਹੀ ਆ ਰਹੇ ਨੇ। ਬਿਲਕੁਲ ਇਸ ਤਰ੍ਹਾਂ ਹੈ ਜੀ। ਅੱਗੇ ਆ ਵਾਲੀ ਅਸੈਂਬਲੀਆਂ ਲਗਾ ਕੇ ਉਹਦੀ ਪਾਵਰ ਨੂੰ ਤਕਸੀਮ ਕੀਤਾ ਵਾ। ਜਿਹੜਾ ਕਰਾਹਾ ਉੱਤੇ ਥੱਲੇ ਹੋ ਰਿਹਾ ਵਾ ਉਹ ਅਲੱਗਾ ਫੰਕਸ਼ਨ ਹੈ। ਠੀਕ ਹੋ ਗਿਆ। ਔਰ ਜਿਹੜੇ ਬੈਕ ਸਾਈਡ ਤੇ ਜੈਕ ਚੱਲ ਰਿਹਾ ਨੂੰ ਉਹ ਅਲੱਗਾ ਫੰਕਸ਼ਨ ਹੈ। ਆ ਟਰੈਕਟਰ ਦੇ ਉੱਪਰ ਹੀ ਡਰਾਈਵਰ ਨੇ ਬੈਠਿਆ ਮੈਂ ਐਸੇ ਲੀਵਰ ਨੂੰ ਦਬਾਣਾ ਵਾ, ਇਹਦੀ ਇੱਕ ਸਾਈਡ ਖੁੱਲ ਜਾਵੇਗੀ, ਦੂਸਰੇ ਨੂੰ ਦਬਾਣਾ ਵਾ, ਦੂਸਰੀ ਸਾਈਡ ਖੁੱਲ ਜਾਵੇਗੀ। ਠੀਕ ਹੋ ਗਿਆ। ਦੋਨੋਂ ਸਾਈਡਾਂ ਇਕੱਠੀਆਂ ਵੀ ਖੋਲੀਆਂ ਜਾ ਸਕਦੀਆਂ ਔਰ ਦੋਨਾਂ ਨੂੰ ਅਲੱਗ-ਅਲੱਗ ਵੀ ਖੋਲਿਆ ਜਾ ਸਕਦਾ। ਠੀਕ ਹੋ ਗਿਆ। ਅਗਰ ਯਾਨੀ ਕਿ ਇਸ ਡਿਸਟ੍ਰੀਬਿਊਟਰ ਤੋਂ ਅਗਰ ਆਪਾਂ ਦੋਵਾਂ ਲੀਵਰਾਂ ਨੂੰ ਇਸ ਤਰਫ ਲੈ ਜਾਂਦੇ ਆਂ ਤੇ ਦੋਵੇਂ ਸਾਈਡਾਂ ਖੁੱਲਣਗੀਆਂ। ਦੋਨੋਂ ਸਾਈਡਾਂ ਖੁੱਲ ਜਾਣਗੀਆਂ। ਵੈਰੀ ਗੁੱਡ। ਅੱਛਾ, ਇਹਦੇ ਨਾਲ ਇੱਕ ਹੋਰ ਵੀ ਫਾਇਦਾ ਹੋ ਗਿਆ। ਅਗਰ ਸਾਈਡ ਤੇ ਜਿਵੇਂ ਕਿ ਇਹ ਦਰਖਤ ਖੜਾ ਹੈ, ਆਪਾਂ ਸਾਈਡ ਲੈਣੀ ਹੈ ਤੇ ਫਿਰ ਆਪਾਂ ਇੱਕ ਸਾਈਡ ਜ਼ਿਆਦਾ ਖੋਲ ਕੇ ਅਗਰ ਦੂਰ ਵੀ ਬੰਨੇ ਤੋਂ ਜਾਵਾਂਗੇ ਤੇ ਇਹਨੇ ਸਾਈਡ ਕੱਢ ਲੈਣੀ ਹੈ। ਬਿਲਕੁਲ ਇਹ ਨਹੀਂ ਹੈਗਾ ਜੀ, ਇਹਦੀ ਇੱਕ ਸਾਈਡ ਅਲੱਗ-ਅਲੱਗ ਖੋਲੀ ਜਾ ਸਕਦੀ ਹੈ ਔਰ ਮਖਸੂਸ ਜਿੰਨੀ ਸਾਨੂੰ ਜ਼ਰੂਰਤ ਹੈਗੀ ਹੈ ਉਨੀ 1 ਫੁੱਟ ਖੋਲਣੀ ਹੈ, 2 ਫੁੱਟ ਖੋਲਣੀ ਹੈ ਜੀ, ਜਿੰਨੀ ਖੋਲਣੀ ਹੈ ਇੱਕ ਸਾਈਡ ਖੋਲੀ ਜਾ ਸਕਦੀ ਹੈ। ਅੱਛਾ ਹਾਫਿਜ਼ ਸਾਹਿਬ, ਮਾਸ਼ਾਅੱਲਾ ਅੱਛੀ ਮਸ਼ੀਨ ਤੁਸੀਂ ਬਣਾਈ ਹੈ, ਜ਼ਬਰਦਸਤ ਮਸ਼ੀਨ ਬਣੀ ਹੋਈ ਹੈ, ਡਬਲ ਕਿਰਾਇਆ ਹੈ, ਕੰਮ ਦਾ ਨਵੇੜਾ। ਇਹਨੂੰ ਅੱਜ ਕੱਲ ਅਸੀਂ ਇਹਨੂੰ ਡੀਕੋ ਪੇਂਟ ਕੀਤਾ ਹੋਇਆ ਹੈ, ਮਤਲਬ ਟੋਕੇ ਦਾ ਪੇਂਟ ਲੱਗਿਆ ਹੋਇਆ ਹੈ ਇਸ ਮਸ਼ੀਨ ਨੂੰ। ਕੀ ਬਾਤ ਹੈ ਜੀ, ਸਿਰਫ ਔਰ ਸਿਰਫ ਕਪੜਾ ਚੈੱਕ ਕਰੋ ਜੀ ਫਿਨਿਸ਼ਿੰਗ। ਹਾਂਜੀ,
ਤੇ ਝਾੜ ਕੇ ਭਾਵੇਂ ਜਿੰਨਾ ਮਰਜ਼ੀ ਗਰਦੋ ਗੁਬਾਰ ਹੋਏਗਾ, ਇਹਨੂੰ ਸਿਰਫ ਔਰ ਸਿਰਫ ਕਪੜਾ ਮਾਰੋ। ਅੱਛਾ, ਕਪੜਾ ਮਾਰਨ ਤੋਂ ਬਾਅਦ ਰੈਡੀ ਹੈ ਜੀ। ਹਾਫਿਜ਼ ਸਾਹਿਬ ਕਿਰਾਇਆਂ ਦੇ ਉੱਤੇ ਤਾਂ ਘੋੜੇ ਲੱਗੇ ਤਾਂ ਵੇਖਿਆ, ਤੇ ਸ਼ੇਰ ਲੱਗੇ ਵੇਖਿਆ, ਇਹ ਤੁਸੀਂ ਉੱਤੇ ਬੁੱਲ ਬਣਾ ਦਿੱਤਾ, ਇਹਨਾਂ ਦਾ ਕੀ ਮਕਸਦ ਹੈ? ਜੀ ਬੁੱਲ ਦਾ ਮਕਸਦ ਸਾਡਾ ਇਹ ਹੈਗਾ ਵਾ ਖਿੱਚੀ ਸਾਹਿਬ ਕਿ ਜ਼ਿਮੀਂਦਾਰਾਂ ਸ਼ੇਰਾਂ ਨੇ ਤੇ ਘੋੜਿਆਂ ਨੇ ਨਹੀਂ ਕੀਤਾ ਕਦੀ। ਜੀ ਹਾਂ, ਕੁਝ ਮੁਆਸ਼ਰੇ ਦੇ ਵਿੱਚ ਘੋੜੇ ਨਾਲ ਕੁਝ ਲੋਕਾਂ ਨੇ ਜ਼ਿਮੀਂਦਾਰਾ ਕੀਤਾ ਜ਼ਰੂਰ ਹੈ, ਜੀ ਲੇਕਿਨ ਜ਼ਿਮੀਂਦਾਰਾ ਅਸਲ ਵਿੱਚ ਬੁੱਲ ਨਾਲ ਹੀ ਹੁੰਦਾ ਰਿਹਾ ਵਾ, ਡੱਗਿਆਂ ਦੇ ਨਾਲ ਹੁੰਦਾ ਰਿਹਾ ਵਾ, ਪਹਿਲਾਂ ਦੇ ਨਾਲ ਹੁੰਦਾ ਰਿਹਾ। ਬਿਲਕੁਲ ਜ਼ਿੰਦਾਬਾਦ। ਉਸੇ ਮੁਨਾਸਬਤ ਨਾਲ ਇਹਦੇ ਉੱਪਰ ਬੁੱਲ ਲਗਾਏ ਆ ਜੀ। ਅੱਛਾ ਜੀ, ਜ਼ਿੰਦਾਬਾਦ। ਯਾਨੀ ਕਿ ਬੁੱਲ ਤਰ੍ਹਾਂ ਜਿਹੜਾ ਹੈ ਨਾ ਹੁਣ ਵੀ ਕੰਮ ਕਰ ਰਹੀ ਹੈ। ਹਾਂਜੀ, ਇਹਨੂੰ ਫੁੱਲ ਪਾਵਰ ਕਹਿ ਸਕਦੇ ਪਾਵਰ ਵਾਲਾ। ਹਾਂਜੀ, ਪਾਵਰ ਵਾਲਾ। ਜ਼ਿੰਦਾਬਾਦ। ਅੱਛਾ ਹਾਫਿਜ਼ ਸਾਹਿਬ, ਮਾਸ਼ਾਅੱਲਾ ਉਹ ਤਾਂ ਦੇਖਣ ਨੂੰ ਹੀ ਮਾਲੂਮ ਹੋ ਰਹੀ ਹੈ ਵੀ ਚੀਜ਼ ਬੜੀ ਤਗੜੀ ਮਜ਼ਬੂਤ ਬਣੀ ਹੋਈ ਹੈ, ਜੀ। ਲੇਕਿਨ ਫਿਰ ਵੀ ਜੋ ਚੀਜ਼ ਦੀ ਹੁੰਦੀ ਹੈ ਨਾ, ਉਹਦੀ ਰੀਸੇਲ ਵੈਲਿਊ ਜਾਂ ਉਹਦਾ ਜਿਹੜਾ ਆਫਟਰ ਸੇਲ ਸਰਵਿਸ ਵਾਰੰਟੀ, ਉਹਦੇ ਤੇ ਤੁਸੀਂ ਕੀ ਕਹਿੰਦੇ ਹੋ ਵੀ ਕਿਸਾਨ ਨੂੰ ਤੁਸੀਂ ਆਫਟਰ ਸੇਲ ਸਰਵਿਸ ਕੀ ਦੇ ਰਹੇ ਹੋ? ਸਾਡਾ ਜਿੰਨਾ ਵੀ ਕਿਸਾਨ ਹੈਗਾ ਜੀ, ਅਲਹਮਦੁਲਿਲਾ ਸਾਡੀ ਸਰਵਿਸ ਤੋਂ ਮੁਤਮਿਨ ਹੈ ਔਰ ਖੁਸ਼ ਵੀ ਹੈਗਾ। ਜੀ। मेरा दफ्तर उकाड़ा इजी एग्रो सुबह 9 बजे तो लगते शाम 7 बजे तक, और शेरगढ़ वाला दफ्तर सुबह 9 बजे तो लगते शाम 7 बजे तक। कोई भी जिम्मेदार मेरे को छोटा मोटा प्रॉब्लम लेके आंदा वा, जी। सानू कोई गरज नहीं है कि इस आदमी की वारंटी खत्म हो गई है या इनकी वारंटी चल रही है। अच्छा जी, साडे कोल यानी कि ਤੁਹਾਡੀ ਸਦਾਬਾਰ ਵਾਰੰਟੀ ਹੈ। सदा बहार ही वारंटी हैगी है जी। ਜ਼ਿੰਦਾਬਾਦ। और अल्हम्दुलिल्लाह साडा कस्टमर साडे ऐसे काम की वजह तो साडे नाल खुश है। ਵੈਰੀ ਗੁੱਡ। ਤੇ ਦੋਸਤੋ ਇਹ ਜਿਹੜੀ ਹਾਫਿਜ਼ ਸਾਹਿਬ ਦੀ ਗੱਲ ਕੀਤੀ ਕਿ ਕਿਸਾਨ ਇਹਨਾਂ ਤੋਂ ਬੜੇ ਮੁਤਮਿਨ ਨੇ, ਖੁਸ਼ ਨੇ, ਤੇ ਜਿਹੜੇ ਕਿਸਾਨ ਨੇ ਜਨਾਬ ਇਹ ਖਰੀਦਾ ਹੈ, ਉਹ ਕਿਸਾਨ ਵੀ ਇੱਥੇ ਮੌਜੂਦ ਹੈ, ਉਹਨਾਂ ਨਾਲ ਵੀ ਦੋ ਗੱਲਾਂ ਕਰਨੇ ਆ ਕਿ ਉਹਨਾਂ ਕਿਸ ਵਾਸਤੇ ਐਡਾ ਵੱਡਾ ਕਿਰਾਇਆ ਜਿਹੜਾ ਪਸੰਦ ਕੀਤਾ ਹੈ, ਔਰ ਆਦੇ ਇਹਨਾਂ ਦਾ ਇਹ ਫੈਸਲਾ ਵਾਕਈ ਜਿਹੜਾ ਇੱਕ ਅੱਛਾ ਫੈਸਲਾ ਹੈ। अस्सलाम वालेकुम जी। ਚਾਚੂ ਜੀ ਪਹਿਲੇ ਤਾਂ ਆਪਣਾ ਤਾਰਫ ਕਰਾਉਂਦੇ ਚੱਲੋ। ਮੈਂ ਜੀ ਰਸ਼ੀਦ ਅਹਿਮਦ ਬੈੜਵਾਲ ਤੋਂ। ਅੱਛਾ ਜੀ, ਤੁਸੀਂ ਇਸ ਤੋਂ ਪਹਿਲੇ ਸਾਦੇ ਕਿਰਾਏ ਚਲਾਉਂਦੇ ਰਹੇ ਹੋ ਤੇ ਹੁਣ ਤੁਸੀਂ ਫੈਸਲਾ ਕੀਤਾ ਵੀ ਅਸੀਂ ਇਹ ਬੜਾ ਕਿਰਾਇਆ ਖਰੀਦੀਏ ਜਿਹੜਾ 12 ਫੁੱਟ ਤੱਕ ਹੈ, 6 ਟਾਇਰਾਂ ਵਾਲਾ। ਮੈਂ ਸਰ ਸਨ 12 ਤੋਂ ਮੈਂ ਕਿਰਾਇਆ ਚਲਾ ਰਿਹਾ ਅੱਛਾ ਜੀ। ਤੇ ਸਾਰਾ ਕੈਰੇਜ ਦਾ ਕੰਮ ਕਰ ਰਹੇ ਹਾਂ, ਆਪਣਾ ਵੀ ਕਾਫੀ ਕਰਦੇ ਪਏ। ਅੱਛਾ। ਪਰ ਇਹ ਕਿ ਵੀ ਅਸੀਂ ਇਹਨੂੰ ਪਸੰਦ ਕੀਤਾ ਹੈ ਕਿ ਵੀ ਇਹਦੇ ਤੇ ਇੱਕ ਤਾਂ ਲੋਡ ਘੱਟ ਹੋਵੇਗਾ, ਇੱਕ ਵਕਤ ਘੱਟ ਲੱਗੇਗਾ, ਕਿਉਂਕਿ ਉਹ 8 ਫੁੱਟ ਵਿੱਚ ਜਾਂਦੇ ਸੀ, ਇਹ 12 ਫੁੱਟ ਤੇ ਹੋ ਗਿਆ। ਸਹੀ। ਤੇ ਜਿਹੜੇ ਸਾਦਾ ਕਿਰਾਇਆ ਹੈਗੇ ਸੀ, ਜੀ ਜੀ ਕਿਆ ਉਹ ਟਰੈਕਟਰ ਤੇ ਵਾਕਈ ਲੋਡ ਪਾਉਂਦੇ ਆ? ਜੀ, ਠੀਕ ਹੈ। ਡੀਜ਼ਲ ਦਾ ਫਿਰ ਖਰਚਾ ਵੀ ਵਧੇਗਾ। ਖਰਚਾ ਵਧੇਗਾ, ਅੱਗੋਂ ਜ਼ਿਮੀਦਾਰ ਮਜਬੂਰ ਹੋਇਆ ਪਿਆ ਹੈ। ਸਹੀ। ਤੇ ਅਸੀਂ ਇਹਨਾਂ ਤੇਲ ਦੀ ਬਚਤ ਹੋਵੇ, ਕੁਝ ਕੈਰੇਜ ਤੇ ਫਰਕ ਪਵੇ ਤੇ ਕੁਝ ਜ਼ਿਮੀਦਾਰ ਵੀ ਖੁਸ਼ਹਾਲ ਹੋਵੇ। ਤੁਸੀਂ ਸਮਝਦੇ ਹੋ ਕਿ ਇਹ ਕਿਰਾਇਆ ਟਰੈਕਟਰ ਤੇ ਲੋਡ ਵੀ ਘੱਟ ਪਾਵੇਗਾ, ਟਾਈਮ ਵੀ ਹੁਣ ਘੱਟ ਲੱਗੇਗਾ ਕਿੱਲੇ ਤੇ, ਟਾਈਮ ਤਾਂ ਵੇਖੋ ਜੀ, ਇੱਕ 8 ਫੁੱਟ ਕਿਰਾਇਆ ਜਾਂਦਾ ਹੈ, ਇੱਕ 12 ਫੁੱਟ ਜਾਂਦਾ ਹੈ, ਔਰ ਟਾਇਰਾਂ ਦੀ ਫਲੈਕਸੀਬਿਲਿਟੀ ਦੀ ਵਜ੍ਹਾ ਤੋਂ ਮਤਲਬ ਹੈ ਜਿਹੜੀ ਲੈਂਡ ਹੈ, ਉਹ ਜ਼ਮੀਨ ਜਿਹੜੀ ਉਹ ਅੱਛੀ ਲੈਵਲ ਹੋਏਗੀ। ਜੀ ਸਰ, ਉਹਦੇ ਵਿੱਚ ਇੱਕ ਵੀ ਦੂਸਰਾ ਕਿਰਾਇਆ ਸੀ, ਉਹ ਜਦ ਬਬਲਿੰਗ ਕਰਦਾ ਸੀ। ਅੱਛਾ ਜੀ। ਇਹ ਜਦੋਂ ਜਾਏਗਾ ਤੇ ਆਪਣਾ ਪੂਰਾ ਬੈਲੈਂਸ ਰੱਖੇਗਾ। ਅੱਛਾ ਜੀ। ਤੇ ਇਹ ਜਿਹੜਾ ਇਹਨਾਂ ਫੰਕਸ਼ਨ ਦਿੱਤਾ ਹੈ, ਯਾਨੀ ਕਿ ਇਹਨੂੰ ਛੋਟਾ ਵੀ ਕਰ ਸਕਦੇ ਹੋ, ਬੜਾ ਕਰ ਸਕਦੇ ਹੋ, ਯਾਨੀ ਕਿ ਤੰਗ ਰਸਤਾ ਹੈ ਤਾਂ ਉੱਥੋਂ ਲੰਘਾਉਣ ਵਾਸਤੇ, ਔਰ ਤੁਸੀਂ ਆਪਣੀ ਜ਼ਮੀਨ ਨੂੰ ਵੇਖਦੇ ਹੋ ਛੋਟਾ ਬੜਾ ਕਰ ਸਕਦੇ ਹੋ। ਇਸ ਤੋਂ ਪਹਿਲੇ ਪਾਕਿਸਤਾਨ ਦੇ ਵਿੱਚ ਜਿਹੜਾ ਹੈ ਨਾ, ਉਹ ਸਾਦੇ ਕਿਰਾਏ ਚੱਲਦੇ ਸੀ ਜਾਂ ਛੋਟੇ ਕਿਰਾਏ ਸੀ। ਹੁਣ ਜਿਵੇਂ ਡੀਜ਼ਲ ਮਹਿੰਗਾ ਹੋ ਗਿਆ ਹੈ, ਹੁਣ ਉਹ ਕਿਰਾਏ ਵਾਰਾ ਵੀ ਨਹੀਂ ਖਾਂਦੇ। ਚਲੋ ਬਹੁਤ ਸ਼ੁਕਰੀਆ। ਅੱਛਾ ਹਾਫਿਜ਼ ਸਾਹਿਬ, ਜਦੋਂ ਆਪਾਂ ਲੋਕਾਂ ਨੂੰ ਇਹ ਸਾਰੀ ਇਨਫੋਰਮੇਸ਼ਨ ਦਿੰਦੇ ਆ ਨਾ, ਤੇ ਫਿਰ ਲੋਕ ਕਹਿੰਦੇ ਨੇ ਕਿ ਆਸਫ ਭਾਈ ਤੁਸੀਂ ਨੰਬਰ ਦੇ ਛੋੜਨਾ ਸੀ ਜਾਂ ਲੋਕੇਸ਼ਨ ਸਾਨੂੰ ਦੱਸ ਦਿੰਦੇ, ਸਾਨੂੰ ਵੀ ਸ਼ੌਕ ਹੈ ਇਹਨੂੰ ਖਰੀਦਣ ਦਾ, ਇਹਨੂੰ ਵੇਖਣ ਦਾ, ਜਾਂ ਜਿਹੜਾ ਬਲਕਿ ਇਹਨੂੰ ਵੇਖ ਚੁੱਕਾ ਹੈ ਨਾ ਉਹਦੀ ਹਸਰਤ ਹੈ ਕਿ ਹੁਣ ਇਹ ਖਰੀਦਾ ਜਾਵੇ। ਜਿੱਡਾ ਮਹਿੰਗਾ ਡੀਜ਼ਲ ਹੋ ਗਿਆ ਹੈ ਨਾ, ਹੁਣ ਸਾਦੇ ਕਿਰਾਏ ਵਾਰਾ ਨਹੀਂ ਖਾਂਦੇ, ਹੁਣ ਮਜਬੂਰਨ ਹੀ ਲੋਕ ਇਸ ਤਰਫ ਆ ਰਹੇ ਨੇ। ਤੇ ਆਪਣਾ ਐਡਰੈਸ ਬੋਲਦੇ ਚੱਲੋ ਤਾਂ ਕਿ ਲੋਕ ਤੁਹਾਡੇ ਨਾਲ ਰਾਬਤਾ ਕਰ ਸਕਣ। जी 0345 6955 112 ईजी एग्रो लारी अड्डा लाहौर रोड उकाड़ा जी। ਤੇ ਗੂਗਲ ਤੇ ਵੀ ਆਪਾਂ ਨੂੰ ਇਹ ਲੋਕੇਸ਼ਨ ਮਿਲ ਜਾਵੇਗੀ ਜੀ। ਲੋ ਜੀ ਗੂਗਲ ਤੇ ਮਿਲ ਸਕਦੀ ਹੈ। ਚਲੋ ਹਾਫਿਜ਼ ਸਾਹਿਬ ਬਹੁਤ ਸ਼ੁਕਰੀਆ। ਆਖਰੀ ਪੈਗਾਮ ਦੋਸਤਾਂ ਵਾਸਤੇ ਇਹ ਹੈਗਾ ਵਾ ਕਿ ਜਿਹੜੇ ਲੋਕਾਂ ਦਾ ਪੰਜਾਬ ਗਵਰਨਮੈਂਟ ਦੀ ਤਰਫੋਂ ਔਰ ਉਸ ਤੋਂ ਬਾਅਦ ਪੋਟੋਹਾਰ ਗਵਰਨਮੈਂਟ ਦੀ ਤਰਫੋਂ ਲੇਜ਼ਰ ਨਿਕਲੇ ਨੂੰ ਕੁਰ ਅੰਦਾਜ਼ੀ ਵਿੱਚ ਗਵਰਨਮੈਂਟ ਆਫ ਪੰਜਾਬ ਦੀ ਤਰਫੋਂ ਉਹ ਮੇਰੇ ਨਾਲ ਬੁਕਿੰਗ ਦੇ ਮਾਮਲੇ ਵਿੱਚ ਰਾਬਤਾ ਕਰ ਸਕਦੇ ਨੇ ਜੀ। ਈਜ਼ੀ ਐਗਰੋ ਪੰਜਾਬ ਦੇ ਵਿੱਚ ਵੀ ਤੇ ਪੋਟੋਹਾਰ ਦੇ ਵਿੱਚ ਵੀ ਗਵਰਨਮੈਂਟ ਆਫ ਪੰਜਾਬ ਨਾਲ ਰਜਿਸਟਰਡ ਹੈਗੀ ਹੈ। ਗਵਰਨਮੈਂਟ ਆਫ ਪੰਜਾਬ ਦੇ ਲੇਜ਼ਰ ਅਸੀਂ ਦੇ ਰਹੇ ਹਾਂ ਜੀ। ਸ਼ੁਕਰੀਆ।